PCS ਅਫਸਰ ਤਾਂ ਭਾਵੇਂ ਵਾਪਸ ਚਲੇ ਗਏ ਸੀ ਘੁਰਕੀ ਦੇ ਨਾਲ, ਪਰ IAS ਅਫਸਰਾਂ ਤੇ ਕੋਈ ਕਾਰਵਾਈ ਨਹੀਂ। ਉਦੋਂ ਸਾਨੂੰ ਸ਼ੱਕ ਸੀਗਾ ਕਿ ਜਿਹੜਾ ਹੈ ਇਹਨਾਂ ਦੀ ਘੁਰਕੀ ਸਰਕਾਰ ਦੀ ਨਾਲ ਇਹ ਹੋਇਆ। ਨਹੀਂ, ਘੁਰਕੀ ਤਾਂ ਇਹਨਾਂ ਨੇ ਇੱਕ ਅਫਸਰਾਂ ਨਾਲ ਖੇਡ ਖੇਡੀ ਸੀ। ਬਾਅਦ ਵਿੱਚ ਪਹਿਲਾਂ ਬੈਠ ਕੇ ਮਨਾਇਆ ਗਿਆ ਸੀ ਉਹਨਾਂ ਨੂੰ, ਬਿਲਕੁਲ ਕਿਹਾ ਗਿਆ ਸੀ ਵੀ ਤੁਹਾਡੇ ਦੇ ਗਾਂਹ ਤੋਂ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ। ਅਗਲੀ ਡਰਾਈਵ ਜਿਹੜੀ ਹੈਗੀ ਸਿਰਫ ਕਾਂਗਰਸ ਦੇ ਤੇ ਅਕਾਲੀਆਂ ਦੇ ਪੋਲੀਟੀਸ਼ੀਅਨਾਂ ਦੇ ਖਿਲਾਫ ਹੋਊਗੀ। ਇੰਨਾ ਅੰਨੇ ਹੋ ਕੇ ਕਰਪਸ਼ਨ ਕੀਤੀ ਹੈ ਕਿ ਉਹ ਕਾਨੂੰਨ ਦੇ ਮੁਤਾਬਕ ਸਬੂਤ ਹੀ ਬਹੁਤ ਪਏ। ਜਿਹੜਾ ਇਹ RTI ਧਾਲੀਵਾਲ ਫੜਿਆ, ਇਹਦੇ ਦੀ ਕੋਈ ਕਾਰਵਾਈ ਨਹੀਂ ਕਰਾਂਗੇ, ਜਿਹੜੀ ਕਿ ਪ੍ਰਤੱਖ ਦਿਖਾਈ ਦੇ ਰਹੀ ਹੈ। ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕਰੇ। ਸੁਣਿਆ ਤੁਸੀਂ ਇੰਨੇ ਵੱਡੇ ਸਬੂਤਾਂ ਨੇ, ਨਾ ਤਾਂ ਨੀਲਮਾ ਨੇ ਬਚਣਾ, ਸਰਵੇਸ਼ ਕੌਸ਼ਲ ਹੈ, KBS ਸਿੱਧੂ ਹੈ, ਇਹ ਸਾਰੇ ਦੇ ਸਾਰੇ ਅਫਸਰ ਜੇਲ੍ਹ 'ਚ ਜਾਣਗੇ, ਇਹਨਾਂ ਨੂੰ ਕੋਈ ਬਚਾ ਨਹੀਂ ਸਕਦਾ। ਤਾਂ ਸਾਡਾ ਅਗਲਾ ਜਿਹੜਾ ਟਾਰਗੇਟ ਹੈ ਉਹ IAS ਅਫਸਰ ਹੈ। ਬਿਜਲੀ ਦੇ ਜ਼ੀਰੋ ਬਿੱਲਾਂ ਦੇ ਬੜੇ ਇਸ਼ਤਿਹਾਰ ਆਉਂਦੇ ਆ। ਗੱਲ ਮੈਂ ਤਾਂ ਕੋਈ ਇਹੋ ਜਿਹੇ ਸੱਜਣ ਤੁਰੇ ਫਿਰਦੇ ਛਾਲਾਂ ਮਾਰਦੇ ਵੇਖੇ ਨਹੀਂ, ਭੰਗੜਾ ਪਾਉਂਦੇ ਵੀ ਸਾਡੇ ਬਿਜਲੀ ਦੇ ਬਿੱਲ ਨਹੀਂ ਆਏ। ਇਹਨਾਂ ਕੋਲ ਤਾਂ ਐਡਵਰਟਾਈਜ਼ਮੈਂਟ ਵਾਲੀਆਂ ਵੀ ਬੇਅਕਲ ਲੋਕ ਬੈਠੇ ਜਿਹੜੇ ਇਹਨਾਂ ਨੂੰ ਉਹ ਕਰ ਰਹੇ ਆ। ਤੁਸੀਂ ਵੇਖਿਆ ਹੋਣਾ ਇੱਕ ਬਹੁਤ ਵੱਡੇ ਬੋਰਡ ਲੱਗੇ ਭਗਵੰਤ ਮਾਨ ਦੇ, ਤੇ ਨਾਲ ਲਿਖਿਆ ਹੋਇਆ ਬਿਜਲੀ ਦੇ ਬਿੱਲ ਵਾਲਾ ਜ਼ੀਰੋ ਵਾਲਾ। ਹੁਣ ਉੱਥੇ ਦੂਰੋਂ ਪੜ੍ਹੋਗੇ ਤਾਂ ਭਗਵੰਤ ਮਾਨ ਦਿਖਾਈ ਦਿੰਦਾ ਤੇ ਜ਼ੀਰੋ ਦਿਖਾਈ ਦਿੰਦੀ ਹੈ। ਕੋਲੇ ਆ ਕੇ ਤੁਸੀਂ ਪੜ੍ਹਦੇ ਤਾਂ ਪਤਾ ਲੱਗਦਾ ਕਿ ਇਹ ਬਿਜਲੀ ਦੇ ਬਿੱਲਾਂ ਬਾਰੇ ਜ਼ਿਕਰ ਕੀਤਾ ਕੋਈ, ਤਾਂ ਕੀ ਦਿਖਾਈ ਦਿੰਦਾ? ਭਗਵੰਤ ਮਾਨ ਜ਼ੀਰੋ। ਭਗਵੰਤ ਮਾਨ ਜ਼ੀਰੋ 2 ਕਿਲੋਮੀਟਰ ਤੋਂ ਦਿਖਾਈ ਦੇ ਰਿਹਾ। ਤੇ ਇੰਨੀ ਚਲਾਕੀ ਲੱਗਦੀ ਇਹਨਾਂ ਦੀ ਚਲਾਕੀ। ਜਿਹੜੇ ਅਫਸਰ ਹੈ ਇਹ ਮੂਰਖ ਬਣਾਉਂਦੇ ਇਹਨਾਂ ਨੂੰ। ਮੂਰਖਾਂ ਨੂੰ ਮੂਰਖ ਬਣਾਉਣਾ ਕਿੰਨਾ ਔਖਾ ਹੈਗਾ। ਤਾਂ ਉਹ ਭਗਵੰਤ ਮਾਨ ਨੂੰ ਮੈਂ ਇੱਕ ਫ੍ਰੀ ਦੀ ਸਲਾਹ ਦੇ ਰਿਹਾ, ਜਿਹੜੀ ਕਿ ਉਹਦੇ ਫਾਇਦੇ ਦੀ ਹੈ ਵੀ ਤੈਨੂੰ ਜ਼ੀਰੋ ਬੁਖਾਰ ਹੀ ਕਰਕੇ ਪਹਿਲਾਂ ਹੀ ਮਾੜਾ ਮੋਟਾ ਅੱਗ ਨੂੰ ਹੱਥ ਮਾਰ ਲਓ ਜੇ ਤੁਹਾਡੇ ਕੋਲ ਹੈਗੀ ਹੈ, ਜਿਹੜੀ ਕਿ ਹੁੰਦੀ ਤਾਂ ਆਹ ਹਾਲਾਤ ਹੋਣੇ ਨਹੀਂ ਸੀ। ਇਲੈਕਸ਼ਨ ਆਇਆ ਖੜਾ, ਬਾਈ ਇਲੈਕਸ਼ਨ, ਇਹਨਾਂ ਨੇ ਸੰਗਰੂਰ ਤੋਂ ਵੀ ਭੈੜੀ ਹੋਣੀ ਹੈ। ਇਹ ਹਾਰੀ ਹੀ ਜਾਣਗੇ ਜੇ ਇਹਨਾਂ ਕਰਤੂਤਾਂ ਨਾਲ ਕੰਮ ਕਰਦੇ ਰਹੇ ਤਾਂ। ਬਾਹਰਲੇ ਲੋਕ ਫੋਨ ਆ ਜਾਂਦੇ ਸਾਨੂੰ ਵੀ ਸਰਕਾਰ ਤਾਂ ਬਹੁਤ ਵਧੀਆ ਕਰ ਰਹੀ ਜੀ, ਤੁਸੀਂ ਵਿਰੋਧਤਾ ਕਰਦੇ ਹੋ। ਉਹ ਅਸੀਂ ਕਹਿੰਦੇ ਤੁਸੀਂ ਆ ਕੇ ਦੇਖ ਤਾਂ ਲਓ ਕਿਹੜੀ ਸਰਕਾਰ ਵਧੀਆ ਕੀ ਕਰ ਰਹੀ ਹੈ। ਬੈਂਸ ਅੰਦਰ ਚਲੇ ਗਏ ਸੀ, ਹਾਈ ਕੋਰਟ ਨੇ ਛੱਡ ਦਿੱਤੇ। ਆ ਸ਼ੁਰੂ ਵੀ ਮੈਂ ਕਹਿੰਦਾ ਛੱਡ ਦੇਣ, ਕੋਈ ਗੱਲ ਨਹੀਂ। ਤੇ ਅੱਜ ਬੈਂਸ ਰਿਹਾ ਹੋ ਰਿਹਾ। ਇਸ ਤਰ੍ਹਾਂ ਦੇ ਹੀਰੋਇਕ ਚੀਜ਼ਾਂ ਪੇਸ਼ ਕੀਤੀਆਂ ਜਾ ਰਹੀਆਂ। ਬੋਰਡ ਲੱਗੇ ਆ, ਲੋਕਾਂ ਦਾ ਉਹ ਵਿਖਾਇਆ ਜਾ ਰਿਹਾ, ਸੰਗਤ 'ਚ ਭਾਰੀ ਉਤਸ਼ਾਹ। ਇੱਕ ਬਲਾਤਕਾਰੀ ਬਾਹਰ ਆ ਰਿਹਾ। ਇਸ ਟਾਈਮ ਵਿੱਚ ਜੇਲ੍ਹ ਦੇ ਵਿੱਚ ਛੱਡਣਾ ਚਾਹੀਦਾ ਸੀ। ਖੇਤੀਬਾੜੀ ਮੰਤਰੀ ਕੁਲਦੀਪ ਹੈ, ਉਹਦੇ ਏਰੀਏ ਦੇ ਵਿੱਚ ਲੋਕ ਵਿਖਾ ਰਹੇ ਸੀ ਰਾਤ ਨੂੰ 100-150 ਟਿੱਪਰ ਨਿਕਲਿਆ। ਉੱਥੋਂ ਦੇ ਇਲਾਕੇ ਦੀ SHO ਨੂੰ ਸਸਪੈਂਡ ਕਰ ਦਿੱਤਾ ਗਿਆ। SHO ਤੇ ਤਹਿਸੀਲਦਾਰਾਂ ਤੇ ਗਾਇ ਡਿੱਗਦੀ, ਇਸ ਤੋਂ ਇਲਾਵਾ ਤਾਂ ਹੁੰਦਾ ਕੁਝ ਨਹੀਂ। ਪੰਜਾਬ ਸੂਬੇ ਦੇ ਵਿੱਚ ਮੁੱਦੇ, ਮੋਰਚਿਆਂ ਤੇ ਚਰਚਾਵਾਂ ਦੀ ਕੋਈ ਘਾਟ ਨਹੀਂ ਹੈ, ਪਰ ਉਹਨਾਂ ਦੇ ਹੱਲ ਕਿੱਥੇ ਨੇ? ਸਮੱਸਿਆਵਾਂ ਬਹੁਤ ਨੇ। ਚਾਹੇ ਮੋਰਚੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਲੱਗੇ ਨੇ, ਤੇ ਚਾਹੇ ਫਿਰ ਸਰਕਾਰ ਦੇ ਵਿੱਚ ਮੰਤਰੀ ਚਲਾਉਣ ਹੁਣ ਸਰਕਾਰ ਨੂੰ, ਤੇ ਚਾਹੇ ਅਫਸਰਸ਼ਾਹੀ ਚਲਾਵੇ, ਇਸ ਦੇ ਵਿੱਚ ਵੀ ਕਿਤੇ ਨਾ ਕਿਤੇ ਤਾਲਮੇਲ ਨਹੀਂ ਹੈ ਉਸ ਤਰ੍ਹਾਂ ਦਾ। ਇਹ ਸਾਰੇ ਮਸਲਿਆਂ ਤੇ ਬੇਬਾਕੀ ਦੇ ਨਾਲ ਬੋਲਦੇ ਨੇ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਮੇਰੇ ਨਾਲ ਨੇ। ਉਹਨਾਂ ਨਾਲ ਅਸੀਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕਿ ਉਹ ਕਿਵੇਂ ਸਮਝਦੇ ਇਹਨਾਂ ਸਾਰੀਆਂ ਚੀਜ਼ਾਂ ਨੂੰ। ਸੇਖੋਂ ਸਾਹਿਬ, ਸਭ ਤੋਂ ਪਹਿਲਾਂ ਤੇ ਮੁੱਢਲਾ ਸਵਾਲ ਤਾਂ ਇਹੀ ਹੈ ਕਿ ਮੋਰਚੇ ਥਾਂ ਲੱਗ ਗਏ ਆ ਪੰਜਾਬ ਦੇ ਵਿੱਚ। ਮੋਰਚੇ ਨਹੀਂ ਕਿ ਪਹਿਲਾਂ ਨਹੀਂ ਲੱਗਦੇ ਸੀ, ਪਰ ਹੁਣ ਮੋਰਚਿਆਂ ਤੇ ਕੋਈ ਬਿਆਨ ਵੀ ਨਹੀਂ ਸਰਕਾਰ ਦਾ ਆਉਂਦਾ ਕਿ ਜਿਹੜਾ ਮੋਰਚਾ ਜਾਇਜ਼ ਲੱਗਿਆ, ਨਜਾਇਜ਼ ਲੱਗਿਆ। ਦੇਖੋ, ਮੋਰਚਿਆਂ ਦਾ ਲੱਗਣਾ ਇੱਕ ਸਰਕਾਰ ਦੀ ਜਿਹੜੀ ਹੈਗੀ ਆ ਸਫਲਤਾ ਦਾ ਨਿਸ਼ਾਨੀ ਤਾਂ ਹੁੰਦੀ ਹੈ। ਦੂਸਰੀ ਗੱਲ, ਉਹਨੂੰ ਕੰਟਰੋਲ ਨਾ ਕਰ ਸਕਣਾ, ਉਹ ਵੀ ਸਰਕਾਰ ਦੀ ਇੱਕ ਬਹੁਤ ਵੱਡੀ ਕਮਜ਼ੋਰੀ ਦਾ ਇੱਕ ਪ੍ਰਤੱਖ ਪ੍ਰਗਟਾਵਾ ਹੈਗਾ। ਅਕਾਲੀਆਂ ਕਾਂਗਰਸੀਆਂ ਵੇਲੇ ਵੀ ਮੋਰਚੇ ਲੱਗਦੇ ਰਹੇ ਆ। ਉਹ ਇਹਨਾਂ ਨੂੰ ਵੱਧ ਜਾਬਰ ਤੇ ਜ਼ਾਲਮ ਸੀਗੇ ਤੇ ਬੜਾ ਦਬਾਉਣਾ ਜਾਣਦੇ ਸੀਗੇ। ਤੇ ਇਹ ਕਿਉਂਕਿ ਬਹੁਤ ਝੂਠੇ ਵਾਅਦੇ ਕਰਕੇ ਇਹ ਲੋਕਾਂ ਦੀ ਐਕਸਪੈਕਟੇਸ਼ਨ ਇਹਨਾਂ ਤੋਂ ਬਹੁਤ ਜ਼ਿਆਦਾ ਹੈਗੀਆਂ, ਤੇ ਅਕਾਲੀਆਂ ਕਾਂਗਰਸੀਆਂ ਨੂੰ ਇਹ ਕੋਈ ਦਬਾ ਸਕੇ ਨਹੀਂ। ਜਿਵੇਂ ਇੱਕ ਉਹਨੂੰ ਛੱਡ ਦਈਏ, ਜੇ ਆਪਾਂ ਇਕੱਲੇ ਮੰਤਰੀਆਂ ਵਾਲਾ ਜਿਹੜਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਅਰੈਸਟ ਕਰਨਾ, ਜੋ ਕਿ ਸਵਾਗਤਯੋਗ ਹੈ, ਚੰਗਾ ਕਹਿੰਦੇ ਹਮੇਸ਼ਾ। ਉਸ ਤੋਂ ਇਲਾਵਾ ਕੋਈ ਇਹਨਾਂ ਕੋਲ ਆਪਣੀ ਪ੍ਰਾਪਤੀ ਨਹੀਂ ਹੈ ਸਰਕਾਰ ਦੀ ਹੈਗੀ, ਤੇ ਲੋਕਾਂ ਦੀਆਂ ਜਿਹੜੀਆਂ ਤਕਲੀਫਾਂ ਉਹ ਅੱਗੇ ਨੂੰ ਵਧੀਆਂ ਹੋਈਆਂ ਔਰ ਵੱਧ ਰਹੀਆਂ ਦਿਨ ਦਿਹਾੜੇ। ਤਾਂ ਇਸ ਕਰਕੇ ਮੋਰਚੇ ਜਿਹੜੇ ਹੈਗੇ ਆ, ਇਹ ਜਿਹੜੇ ਵਧਣੇ ਹੈਗੇ ਆ, ਸਰਕਾਰ ਦੀ ਜਿਹੜੀ ਨਲਾਇਕੀ ਔਰ ਨਾਕਾਮੀ ਦਾ ਇੱਕ ਕਲੀਅਰ ਕੱਟ ਇਸ਼ਾਰਾ ਹੈ ਉਸ ਪਾਸੇ ਨੂੰ, ਜਿਸਦਾ ਕਿ ਇਲਾਜ ਵੀ ਕੋਈ ਕਰਨ ਦੀ ਕੋਸ਼ਿਸ਼ ਇਹਨਾਂ ਵੱਲੋਂ ਨਹੀਂ ਕੀਤੀ ਜਾ ਰਹੀ। ਤੇ ਜੇ ਇਸ ਤਰ੍ਹਾਂ ਦੇ ਹਾਲਾਤ ਰਹੇ ਤਾਂ ਵੱਧਦੇ ਜਾਣਗੇ ਮੋਰਚੇ। ਤਾਂ ਸਾਂਝਾ ਮੋਰਚਾ ਜਿਹੜਾ ਜੀਰੇ ਵੜੂੰ ਜਿਹਨਾਂ ਇਹਨਾਂ ਨੇ ਕਲੇਮ ਕੀਤਾ ਸੀ ਭਗਵੰਤ ਮਾਨ ਨੇ ਵੀ ਅਸੀਂ ਫੈਕਟਰੀ ਬੰਦ ਹੋ ਗਈ, ਤੇ ਉਹ 'ਤੇ ਕੋਈ ਐਕਟ ਨਹੀਂ ਕੀਤਾ। ਉਸ ਤੋਂ ਬਾਅਦ 'ਚ ਇਹ ਇੱਕ ਬਹੁਤ ਵੱਡਾ ਮਤਲਬ ਇੱਕ ਧੋਖਾ ਤੇ ਮਤਲਬ ਧਰੋ ਵਾਲੀ ਗੱਲ ਹੋ ਜਾਂਦੀ ਹੈ ਲੋਕਾਂ ਨਾਲ। ਇਸ ਮੋਰਚੇ ਦੇ ਇਸ ਐਲਾਨ ਦੇ ਵਜ੍ਹਾ ਕੀ ਜਾਪਦੀ ਹੈ ਕਿ ਲਾਗੂ ਨਹੀਂ ਹੋ ਸਕਿਆ ਹੁਣ ਤਾਈਂ? ਇਹ ਤਾਂ ਹੁਣ ਇਹੀ ਜਾਣਗੇ ਨਾ। ਦੇਖਣ ਨੂੰ ਤਾਂ ਇਹੀ ਲੱਗਦਾ ਕਿ ਇਹਨਾਂ ਨੇ ਕੋਈ ਟੈਕਨੀਕਲੀ ਕੋਈ ਕਿਸੇ ਤੋਂ ਸਲਾਹ ਨਹੀਂ ਲਈ, ਕੋਈ ਕਾਨੂੰਨੀ ਪੱਖੇ ਦਾ ਸਹੀ ਤਰੀਕੇ ਨਾਲ ਨਹੀਂ ਵਿਚਾਰਿਆ, ਜਿਹਦੇ ਕਰਕੇ ਬਾਅਦ 'ਚ ਕੋਈ ਨੋਟੀਫਿਕੇਸ਼ਨ ਕਰਨ ਵਿੱਚ ਦਿੱਕਤ ਆਈ ਹੈ। ਇਹ ਤਾਂ ਹੁਣ ਇਹ ਜਾਣਨ ਨਾ, ਜਾਂ ਤਾਂ ਡਿਸਕਸ ਕਰਨ, ਕੋਈ ਪਬਲਿਕ ਮੀਟਿੰਗ ਸੱਦਣ, ਆਮ ਲੋਕਾਂ ਨਾਲ ਗੱਲ ਕਰਕੇ ਕੋਈ ਜੇ ਡਿਸਕਸ ਕਰਦਾ ਸਾਡੇ ਵਰਗਾ ਬੰਦਾ ਜਵਾਬ ਦੇ ਸਕਦਾ। ਹੁਣ ਕੀ ਇਹ ਮਤਲਬ ਕਰ ਰਹੇ ਅੰਦਰ ਕੀ ਢਕੀ ਰਹਿੰਦੀ ਹੈ, ਤੇ ਉਹਦੇ ਬਾਰੇ ਤਾਂ ਇਹੀ ਜਾਣਨਗੇ ਨਾ, ਜਦੋਂ ਪਬਲਿਕ ਪਲੇਸ 'ਚ ਗੱਲ ਹੀ ਕੋਈ ਨਹੀਂ ਹੈਗੀ। ਜਿਸ ਤਰ੍ਹਾਂ ਦੇ ਬਿਆਨਬਾਜ਼ੀਆਂ ਇਹਨਾਂ ਦੀਆਂ ਆਉਂਦੀਆਂ, ਉਹਦੇ ਤੋਂ ਲੋਕਾਂ ਦੀ ਤਸੱਲੀ ਥੋੜ੍ਹਾ ਹੋਣੀ ਹੈ। ਇਕੱਲੇ ਜੇ ਕਹਿਣ ਨਾਲ ਮੋਰਚੇ ਉੱਠਦੇ ਹੁਣ ਤਾਂ ਫਿਰ ਉਹ ਜੀਰੇ ਵਾਲਾ ਮੋਰਚਾ ਖਤਮ
ਖਤਮ ਹੋ ਜਾਣਾ ਚਾਹੀਦਾ ਸੀਗਾ। ਉਹ ਤਾਂ ਉਸ ਤੋਂ ਬਾਅਦ ਹੋਰ ਵੀ ਤਿੱਖਾ ਹੋ ਗਿਆ, ਲੋਕਾਂ ਵਿੱਚ ਹੋਰ ਵੀ ਜ਼ਿਆਦਾ ਰੋਹ ਹੈ। ਉਸ ਤੋਂ ਬਾਅਦ ਉਹ ਨਹਿਰਾਂ ਦੇ ਕੰਕਰੀਟ ਦਾ ਇੱਕ ਮਸਲਾ ਚੱਲ ਰਿਹਾ ਸੀਗਾ, ਮੈਨੂੰ ਵੀ ਮੌਕਾ ਮਿਲਿਆ ਸੀ ਜਾਣ ਦਾ, ਉੱਥੇ ਵੀ ਉਹ ਮੋਰਚੇ ਨੂੰ ਥਾਂ ਬਣ ਗਈ, ਵੱਡਾ ਹੋ ਗਿਆ। ਚੰਡੀਗੜ੍ਹ ਦੇ ਆਲੇ ਦੁਆਲੇ ਜੋ ਤੁਸੀਂ ਹੋ ਰਿਹਾ, ਇਹਦੇ 'ਤੇ ਮੇਰੀ ਟਿੱਪਣੀ ਦੀ ਲੋੜ ਹੀ ਨਹੀਂ ਹੈਗੀ। ਤਾਂ ਇਹ ਸਰਕਾਰ ਦੀਆਂ ਜਿਹੜੀਆਂ ਮਤਲਬ ਨਲਾਇਕੀਆਂ ਕਰਕੇ ਐਡੇ ਵੱਡਾ ਜਿਹੜੇ ਹਾਲਾਤ ਬਣ ਰਹੇ, ਜਿਹੜੇ ਕਿ ਕੰਟਰੋਲ ਕਰਨੇ ਬੜੇ ਸਰਕਾਰ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ। ਅਤੇ ਜਦੋਂ ਸਰਕਾਰਾਂ ਇਹਨਾਂ ਤੋਂ ਭੱਜਦੀਆਂ ਅਤੇ ਉਦੋਂ ਜਿਹੜੇ ਹੈਗੇ ਆ ਆਉਣ ਵਾਲੇ ਸਮੇਂ ਦੇ ਜਿਹੜੇ ਭਵਿੱਖ ਜਿਹੜਾ ਹੁੰਦਾ ਉਹਨਾਂ ਪਾਰਟੀਆਂ ਦਾ, ਉਹ ਹਨੇਰੇ 'ਚ ਹੀ ਹੁੰਦਾ। ਜਿਵੇਂ ਕਿ ਵੱਡੀਆਂ ਪਾਰਟੀਆਂ ਇੱਥੇ ਤੁਹਾਡੇ ਸਾਹਮਣੇ ਰੁੜ ਗਈਆਂ, ਜਿਹੜੀਆਂ ਆਪਣੇ ਆਪ ਨੂੰ 25 ਸਾਲ ਰਾਜ ਕਰਦੇ ਸੁਪਨੇ ਲੈਣ ਦੀਆਂ ਗੱਲਾਂ ਕਰਦੀਆਂ ਸੀਗੀਆਂ, ਅਤੇ ਇਹ ਤਾਂ ਆਏ ਝੂਠ ਮਾਰ ਕੇ ਜੇ ਮਹੀਨੇ 10 ਹੋਏ ਹੈ। ਤਾਂ ਇਸ ਕਰਕੇ ਜਿਹੜਾ ਇਹਨਾਂ ਦਾ ਇਸ ਟਾਈਮ ਜੋ ਹਾਲਾਤ ਚੱਲ ਰਹੇ ਹੈ, ਇੱਕ ਪੱਖ ਨੂੰ ਛੱਡ ਕੇ ਜਿਹੜਾ ਕਰਪਸ਼ਨ ਦਾ ਇਹ ਦਿਖਾਈ ਦਿੰਦਾ, ਉਹਦੇ 'ਚ ਵੀ ਬਹੁਤ ਗੱਲਾਂ ਬਾਤਾਂ ਹੈਗੀਆਂ। ਜਿਹੜਾ ਇੱਕ ਚੀਜ਼ ਦਿਖਾਈ ਦਿੰਦਾ, ਜਿਹੜਾ ਰੂਪ ਹੈ, ਉਹ ਸਿੱਕੇ ਦਾ ਇੱਕ ਪਹਿਲੂ ਹੈ, ਉਹਦੇ ਪਿੱਛੇ ਪਹਿਲੂ ਛੁਪੇ ਹੋਏ ਹੈ, ਉਹ ਵੀ ਬਹੁਤ ਹੈ। ਆਪਾਂ ਅਗਲੀ ਗੱਲਬਾਤ ਚਰਚਾ ਕਰਾਂਗੇ ਉਹਦੇ ਬਾਰੇ। ਆਪੋਜੀਸ਼ਨ ਦਾ ਰੋਲ ਹੋਵੇ, ਚਾਹੇ ਸਿਆਸੀ ਪਾਰਟੀਆਂ ਨੇ, ਉਸ ਵਿੱਚ ਮੀਡੀਆ ਵੀ ਆ ਜਾਂਦਾ, ਤੁਹਾਡੇ ਵਰਗੇ ਲੋਕ ਵੀ ਆ ਜਾਂਦੇ, ਜਿਹੜੇ ਸਰਕਾਰ ਨੂੰ ਸਵਾਲ ਕਰਦੇ ਕਿ ਇਸ ਮੁੱਦੇ ਤੇ ਤੁਸੀਂ ਆਹ ਦੱਸੋ ਕਿ ਆਹ ਕਿਵੇਂ ਹੋ ਗਿਆ, ਕਿਉਂ ਹੋ ਗਿਆ। ਇੱਕ ਮੁੱਦੇ ਤੇ ਘੇਰਿਆ ਜਾ ਰਿਹਾ ਕਿ ਇਸ਼ਤਿਹਾਰਬਾਜ਼ੀ 'ਚ ਕੋਈ ਕਸਰ ਨਹੀਂ ਛੱਡੀ ਜਾਂਦੀ। ਇੱਕ ਅਫਸਰ ਨੇ, ਤੁਹਾਨੂੰ ਵੀ ਯਾਦ ਹੋਣਾ ਹੈ, ਕਿ ਸਾਈਨ ਕਰਨ ਤੋਂ ਮਨਾ ਕਰਤਾ ਕਿ ਜੇ ਤੁਸੀਂ ਇਸ਼ਤਿਹਾਰਬਾਜ਼ੀ ਦੇਣੀ ਆ ਬਾਹਰਲੇ ਸੂਬਿਆਂ 'ਚ, ਮੈਂ ਸਾਈਨ ਨਹੀਂ ਕਰਦਾ। ਉਸ ਦੇ ਖਿਲਾਫ ਇਨਕੁਆਇਰੀ ਖੋਲ੍ਹ ਦਿੱਤੀ ਗਈ। ਇਸੇ ਤਰ੍ਹਾਂ ਅਫਸਰਾਂ ਨਾਲ ਪਹਿਲਾਂ ਵੀ ਤਕਰਾਰਬਾਜ਼ੀ ਚੱਲਦੀ ਰਹੀ। ਜਿਹੜੀ ਇਹ ਅਫਸਰਾਂ ਦੀ ਤੇ ਸਰਕਾਰ ਦੀ ਤਕਰਾਰਬਾਜ਼ੀ ਦੇ ਵਿੱਚੋਂ ਕੀ ਸਮਝਦੇ ਹੋ? ਕਿਉਂਕਿ ਪੀਸੀਐਸ ਅਫਸਰ ਤਾਂ ਭਾਵੇਂ ਵਾਪਸ ਚਲੇ ਗਏ ਸੀ ਘੁਰਕੀ ਦੇ ਨਾਲ, ਪਰ ਆਈਐਸ ਅਫਸਰਾਂ ਤੇ ਕੋਈ ਕਾਰਵਾਈ ਨਹੀਂ, ਚਾਹੇ ਉਹ ਵੱਡੇ ਘਟਾਲੇ ਦੇ ਵਿੱਚ ਨਾਮਜ਼ਦ ਹੋ ਗਏ ਹੁਣ, ਜਿਹੜੇ ਪਲਾਟ ਘਟਾਲੇ ਜਾਂ ਕੋਈ ਹੋਰ ਮਸਲਾ ਹੋਵੇ। ਪਹਿਲਾਂ ਮੈਂ ਤੁਹਾਨੂੰ ਇਸ਼ਤਿਹਾਰਬਾਜ਼ੀ ਦੇ ਬਾਰੇ ਗੱਲ ਦੱਸਦਾ ਵੀ ਜੇ ਕੋਈ ਅਸੀਂ ਕੰਮ ਕਰ ਰਹੇ ਹਾਂ, ਉਹਦੇ ਵਿੱਚ ਇਸ਼ਤਿਹਾਰਬਾਜ਼ੀ ਦੀ ਲੋੜ ਕੀ ਹੈਗੀ ਹੈ, ਪ੍ਰਤੱਖ ਨੂੰ ਪ੍ਰਮਾਣ ਦੀ ਕੀ ਜ਼ਰੂਰਤ ਹੈਗੀ ਹੈ। ਜਿਹੜੀ ਚੀਜ਼ ਦਿਖਾਈ ਦਿੰਦੀ ਹੈ ਉਹਦੇ ਵਾਸਤੇ ਦੱਸਣ ਦੀ ਕੀ ਲੋੜ ਹੈਗੀ ਹੈ। ਦੱਸਿਆ ਉੱਥੇ ਜਾਂਦਾ ਜਿੱਥੇ ਕੁਛ ਕੀਤਾ ਨਹੀਂ ਜਾਂਦਾ, ਜਾਂ ਥੋੜ੍ਹਾ ਕਰਕੇ ਵੱਡਾ ਵਿਖਾਉਣਾ। ਇਹ ਤਾਂ ਥੋੜ੍ਹੇ ਵਾਲੇ ਵੀ ਨਹੀਂ ਹੈਗਾ। ਬਿਜਲੀ ਦੇ ਜ਼ੀਰੋ ਬਿੱਲਾਂ ਦੇ ਬੜੇ ਇਸ਼ਤਿਹਾਰ ਆਉਂਦੇ ਆ, ਮਤਲਬ ਮੈਂ ਤਾਂ ਕੋਈ ਇਹੋ ਜਿਹੇ ਸੱਜਣ ਤੁਰੇ ਫਿਰਦੇ ਛਾਲਾਂ ਮਾਰਦੇ ਵੇਖੇ ਨਹੀਂ, ਭੰਗੜਾ ਪਾਉਂਦੇ ਵੀ ਸਾਡੇ ਬਿਜਲੀ ਦੇ ਬਿੱਲ ਨਹੀਂ ਆਏ। ਜੇ ਆਏ ਵੀ ਸੀ ਕਿਸੇ ਦੇ ਤਾਂ 750 ਕਰੋੜ ਰੁਪਏ ਇਹਨਾਂ ਨੇ ਸਬਸਿਡੀ ਜਿਹੜੀ ਸੀ 1200 ਕਰੋੜ ਦਾ ਕਰਜ਼ਾ ਚੱਕਿਆ ਹੋਇਆ। ਕੁੱਲ ਮਿਲਾ ਕੇ ਹੁਣ ਤੱਕ 30,000 ਕਰਜ਼ਾ ਇਹ ਚੱਕ ਚੁੱਕਿਆ, 30,000 ਕਰੋੜ ਦਾ ਇਹਨਾਂ 10 ਮਹੀਨਿਆਂ ਦੇ ਵਿੱਚ। ਅਤੇ ਫਿਰ ਉਹਦੇ ਵਿੱਚ ਜੇ ਤੁਸੀਂ ਕੱਲ੍ਹ ਨੂੰ ਕਲੇਮ ਕਰਦੇ ਹੋ ਵੀ ਅਸੀਂ ਕੁਝ ਦਿੰਦੇ ਹਾਂ, ਜਿਹੜਾ ਕਿ ਕਲੇਮ ਹੈ, ਦੇਣਾ ਕੁਛ ਵੀ ਨਹੀਂ ਹੈਗਾ। ਕਿੱਥੇ ਇਹਨਾਂ ਦਾ 1000 ਰੁਪਈਆ ਦੀ ਗਰੰਟੀ ਜਿਹੜੀ ਔਰਤਾਂ ਨੂੰ ਆਉਣੀ ਸੀ। ਹੋਰ ਪਤਾ ਨਹੀਂ ਕਿੰਨੇ ਐਲਾਨ ਇਹਨਾਂ ਨੇ ਕੀਤੇ ਸੀ ਰੇਤੇ ਬਜਰੀ ਦੇ ਬੜੇ। ਆਹ ਹੁਣ ਨਵਾਂ ਇੱਕ ਡਰਾਮਾ ਕੀਤਾ ਕੁਝ ਦਿਨ ਪਹਿਲਾਂ, ਇਹਦੇ ਰਿਜ਼ਲਟ ਅਜੇ ਆਉਣ ਵਾਲੇ ਸਮੇਂ 'ਚ ਆਉਣਗੇ ਵੀ ਕੀ ਹੈ, ਲੋਕਾਂ ਤੱਕ ਕੀ ਪਹੁੰਚਦਾ। ਕਿਉਂਕਿ 100 150 ਟਰੱਕ ਦਾ ਜਿਹੜਾ ਇਹਨਾਂ ਦੇ ਪਰਸੋਂ ਵਿਖਾ ਰਹੇ ਸੀ, ਜਿਹੜਾ ਇਹਨਾਂ ਦਾ ਉਹ ਖੇਤੀਬਾੜੀ ਮੰਤਰੀ ਕੁਲਦੀਪ ਹੈ, ਉਹਦੇ ਏਰੀਏ ਦੇ ਵਿੱਚ ਲੋਕ ਵਿਖਾ ਰਹੇ ਸੀ ਰਾਤ ਨੂੰ 100 150 ਟਿੱਪਰ ਨਿਕਲਿਆ। ਉਹ ਕਿੱਥੇ ਜਾਣਾ ਫਿਰ? 550 ਰੇਤਾ ਤਾਂ 5.5 ਰੁਪਏ ਵਾਲਾ ਹੋ ਗਿਆ, ਅਤੇ ਉਹ ਕਿਹੜੇ ਭਾਅ ਵਿਕਣਾ ਅਤੇ ਕਿੱਥੇ ਵਿਕਣਾ? ਤਾਂ ਚੀਜ਼ਾਂ ਇੱਕ ਜਵਾਬ ਦਿੰਦੇ ਤਾਂ ਉਹਦੇ ਨਾਲ ਸਵਾਲ ਖੜੇ ਹੋ ਜਾਂਦੇ ਆ। ਤੁਸੀਂ ਉਹ ਗੱਲ ਕੀਤੀ ਹੈ ਤਾਂ ਮੈਂ ਵੀ ਦੱਸ ਦਿੰਦਾ ਕਿ ਉੱਥੋਂ ਦੇ ਇਲਾਕੇ ਦੀ SHO ਨੂੰ ਸਸਪੈਂਡ ਕਰ ਦਿੱਤਾ ਗਿਆ। ਤੁਹਾਨੂੰ ਕੀ ਲੱਗਦਾ ਕਿ ਥਾਣਿਆਂ ਦੇ SHO ਕਰਕੇ ਹੀ ਇਹ ਸਾਰੀਆਂ ਚੀਜ਼ਾਂ ਗਰਾਊਂਡ ਤੇ ਚੱਲਦੀਆਂ, ਜਾਂ ਜ਼ਿੰਮੇਵਾਰ ਤੇ ਹੋਰ ਵੀ ਬਹੁਤ ਨੇ? ਕਿਉਂਕਿ SSP ਨੇ ਕਾਰਵਾਈ ਕੀਤੀ SHO ਤੇ। ਆਓ ਚਲੋ, ਇਹ ਤਾਂ ਬਣਦੀ ਸੀ। ਆਪਣੀ ਗੱਲ ਮੈਂ ਪੂਰੀ ਕਰਨਾ, ਆਪਾਂ ਇੱਕ ਸਵਾਲ ਹੀ ਦੇ ਰਿਹਾ ਸੀ, ਜਵਾਬ ਤੁਹਾਡਾ ਰਹਿ ਗਿਆ ਸੀਗਾ। ਇਹ ਤਾਂ ਹਮੇਸ਼ਾ ਪਾਣੀ ਥੱਲੇ ਨੂੰ ਡਿੱਗਣਾ ਹੁੰਦਾ, SHO ਤੇ ਤਹਿਸੀਲਦਾਰਾਂ ਤੇ ਗਾਇ ਡਿੱਗਦੀ, ਇਸ ਤੋਂ ਇਲਾਵਾ ਤਾਂ ਹੁੰਦਾ ਕੁਝ ਨਹੀਂ। ਇਹ ਵੀ ਇੱਦਾਂ ਦੀ ਨਲਾਇਕੀ ਦੀ ਗੱਲ ਹੁੰਦੀ ਹੈ। ਦੂਜਾ ਸਵਾਲ ਤੁਸੀਂ ਕੀਤਾ ਸੀਗਾ ਇਹਨਾਂ ਦਾ ਆਪਣੇ ਅਫਸਰਾਂ ਬਾਰੇ। ਉਹਦੇ ਵਿੱਚ ਹੁਣ ਇਹ ਗੱਲ ਕਲੀਅਰ ਹੋ ਗਈ ਹੈ ਕਿ ਉਦੋਂ ਸਾਨੂੰ ਸ਼ੱਕ ਸੀਗਾ ਕਿ ਜਿਹੜਾ ਹੈ ਇਹਨਾਂ ਦੀ ਘੁਰਕੀ ਸਰਕਾਰ ਦੀ ਨਾਲ ਇਹ ਹੋਇਆ ਨਹੀਂ। ਘੁਰਕੀ ਤਾਂ ਇਹਨਾਂ ਨੇ ਇੱਕ ਅਫਸਰਾਂ ਨਾਲ ਖੇਡ ਖੇਡੀ ਸੀ, ਬਾਅਦ ਵਿੱਚ ਜਿਵੇਂ ਸਿਆਸੀ ਲੋਕ ਕਰਦੇ ਹੁੰਦੇ ਧੋਖਾ ਦੇਣਾ। ਪਹਿਲਾਂ ਬੈਠ ਕੇ ਮਨਾਇਆ ਗਿਆ ਸੀ ਉਹਨਾਂ ਨੂੰ, ਬਿਲਕੁਲ ਕਿਹਾ ਗਿਆ ਸੀ ਵੀ ਤੁਹਾਡੇ ਦੇ ਗਾਂ ਤੋਂ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ। ਅਗਲੀ ਡਰਾਈਵ ਜਿਹੜੀ ਹੈਗੀ ਸਿਰਫ ਕਾਂਗਰਸ ਦੇ ਅਤੇ ਅਕਾਲੀਆਂ ਦੇ ਪੋਲੀਟੀਸ਼ੀਅਨਾਂ ਦੇ ਖਿਲਾਫ ਹੋਊਗੀ, ਉਹ ਵੀ ਮੇਨ ਕਾਂਗਰਸੀਆਂ ਦੇ। ਕਿਉਂਕਿ ਕਾਂਗਰਸੀਆਂ ਨੇ ਪਿਛਲੇ 5 ਸਾਲਾਂ ਦੇ ਜਿਹੜਾ ਰਜੀਮ ਸੀ, ਉਹਦੇ ਵਿੱਚ 3 ਸਾਲ ਲੁੱਟਣ ਦਾ ਮੌਕਾ ਮਿਲਿਆ ਸੀ, 2 ਸਾਲ ਤਾਂ ਪਤਾ ਹੀ ਨਹੀਂ ਲੱਗਿਆ ਸਰਕਾਰ ਬਦਲੀ ਦਾ। ਉਹਦੇ 'ਚ ਇੰਨਾ ਅੰਨੇ ਹੋ ਕੇ ਕਰਪਸ਼ਨ ਕੀਤੀ ਹੈ ਕਿ ਉਹ ਕਾਨੂੰਨ ਦੇ ਮੁਤਾਬਕ ਸਬੂਤ ਹੀ ਬਹੁਤ ਪਏ। ਇਹਨਾਂ ਨੇ ਕਿਸੇ ਨੇ ਬਚਣਾ ਨਹੀਂ ਹੈਗਾ, ਭਾਵੇਂ ਹਾਈ ਕੋਰਟ ਇਹਨਾਂ ਨਾਲ ਜਿੰਨੀ ਮਰਜ਼ੀ ਜ਼ਮਾਨਤਾਂ ਦੇ ਕੇ ਇਹਨਾਂ ਨੂੰ ਬਾਹਰ ਕੱਢ ਦੇਵੇ, ਜਿੰਨੀ ਮਰਜ਼ੀ ਮਦਦ ਕਰਨੀ ਚਾਹੁੰਦੀ ਹੋਵੇ। ਕਿਉਂਕਿ ਹਾਈ ਕੋਰਟਾਂ ਨੂੰ ਵੀ ਟਾਰਗੇਟ ਕਰਨ ਵਾਸਤੇ ਹੁਣ ਲੋਕ ਬੈਠੇ ਆ, ਬੋਲਦੇ ਹਾਂ ਅਸੀਂ ਲੋਕ, ਠੀਕ ਹੈ, ਅਸੀਂ ਕਹਿੰਦੇ ਹਾਂ ਕਿ ਲੋਕਾਂ ਦੇ ਨਕਾਰੇ ਹੋਏ ਲੋਕ ਬਾਹਰ ਨਹੀਂ ਆਉਣੇ ਚਾਹੀਦੇ। ਪਰ ਇਸ ਦੇ ਬਾਵਜੂਦ ਵੀ ਜਿਹੜੀਆਂ ਇਹਨਾਂ ਨੇ ਗਲਤੀਆਂ ਕੀਤੀਆਂ, ਉਹ ਜਿਹੜੀਆਂ ਹੈਗੀਆਂ ਕਿਸੇ ਬਖਸ਼ਣਯੋਗ ਨਹੀਂ ਹੋਣੀਆਂ, ਕਿਉਂਕਿ ਉਹਦੀ ਐਵੀਡੈਂਸ ਪਈ ਹੈ। ਤਾਂ ਉਹ ਜਿਹੜੀ ਇਹਨਾਂ ਨਾਲ PCS ਅਫਸਰਾਂ ਨਾਲ ਗੱਲ ਹੀ ਨਿਬੜੀ ਸੀ ਕਿ ਅਸੀਂ ਪੋਲੀਟੀਕਲ ਬੰਦਿਆਂ ਨੂੰ ਹੀ ਅੰਦਰ ਕਰਾਂਗੇ, ਤੁਹਾਡੇ ਤੇ ਗਾਂ ਕੋਈ ਕਾਰਵਾਈ ਨਹੀਂ ਕਰਾਂਗੇ। ਜਿਹੜਾ ਇਹ RTA ਧਾਲੀਵਾਲ ਫੜਿਆ, ਇਹਦੇ 'ਤੇ ਵੀ ਗਾਂ ਕੋਈ ਕਾਰਵਾਈ ਨਹੀਂ ਕਰਾਂਗੇ, ਜਿਹੜੀ ਕਿ ਪ੍ਰਤੱਖ ਦਿਖਾਈ ਦੇ ਰਹੀ ਹੈ। ਉਦੋਂ ਬਾਅਦ ਕੋਈ ਕਾਰਵਾਈ ਨਹੀਂ ਕਰੇ। ਸੁਣਿਆ ਤੁਸੀਂ ਵੀ ਉਸ ਕੇਸ ਦਾ ਉਸ ਤੋਂ ਬਾਅਦ ਕੀ ਬਣਿਆ? ਚੁੱਪ ਕਰ ਗਏ। ਇੱਕ ਐਗਰੀਮੈਂਟ ਹੋਇਆ ਸੀ ਪੁਲਿਸ ਦਾ, ਸਰਕਾਰ ਦਾ, PCS ਅਫਸਰਾਂ ਨਾਲ, IAS ਅਫਸਰਾਂ ਦੇ ਦਬਾਅ ਕਰਕੇ। ਕਿਉਂਕਿ IAS ਨੀਲਮਾ ਜਿਹੜਾ ਤੁਸੀਂ ਜ਼ਿਕਰ ਕੀਤਾ, ਉਹ ਜਿਹੜਾ ਕੇਸ ਆ, ਉਹ ਵੀ ਜਿਵੇਂ ਮੈਂ ਤੁਹਾਨੂੰ ਗੱਲ ਕੀਤੀ, ਇੰਨੇ ਵੱਡੇ ਸਬੂਤਾਂ ਨੇ, ਨਾ ਤਾਂ ਨੀਲਮਾ ਨੇ ਬਚਣਾ, ਨਾ ਉਹਦੇ 'ਚ 3 IAS ਹੋਰ ਜਿਹੜੇ ਮਨਜ਼ੂਰੀ ਦਿੱਤੀ ਇਹਨੇ, ਮਤਲਬ ਭਗਵੰਤ ਮਾਨ ਨੇ ਕਮੇਟੀ ਬਣੀ ਦੀ, ਠੀਕ ਹੈ, ਜਿਨ੍ਹਾਂ ਨੇ ਬਾਅਦ 'ਚ ਕਹਿਤਾ ਸੀ ਵੀ ਇਹ ਤਾਂ ਬਣਦਾ ਹੀ ਕੁਛ ਨਹੀਂ ਗਾ, ਨਾ ਉਹਨਾਂ ਨੇ ਬਚਣਾ। ਤਾਂ ਸਾਡਾ ਅਗਲਾ ਜਿਹੜਾ ਟਾਰਗੇਟ ਹੈ ਉਹ IAS ਅਫਸਰ ਹੈ।
ਹੁਣ ਪੋਲੀਟੀਸ਼ੀਅਨਾਂ ਦਾ ਤਾਂ ਬੈਂਸ ਅੰਦਰ ਚਲੇ ਗਏ ਸੀ, ਸਰਕਾਰ ਨੇ ਛੱਡ ਦਿੱਤੇ ਨੇ, ਹਾਈ ਕੋਰਟ ਨੇ ਛੱਡ ਦਿੱਤੇ। ਆਸ਼ੂ ਨੂੰ ਵੀ ਮੈਂ ਕਹਿੰਦਾ ਛੱਡ ਦੇਣ, ਕੋਈ ਗੱਲ ਨਹੀਂ। ਬਾਹਰ ਆ ਕੇ ਜਦੋਂ ਇਹ ਕੋਸ਼ਿਸ਼ ਕਰਨਗੇ ਦੁਬਾਰਾ ਸਰਵਾਈਵ ਹੋਣ ਦੀ, ਤੇ ਬਾਕੀ ਰਹਿੰਦੇ ਵੀ ਮਰਨਗੇ। ਅੱਜ ਦੀ ਡੇਟ ਵਿੱਚ ਹੁਣ ਬਾਹਰ ਆ ਕੇ ਅੱਜ ਦੇਖ ਰਹੇ ਹਾਂ, ਅੱਜ 10 ਤਰੀਕ ਹੈ, ਬਾਈ ਚਾਂਸ ਆਪਾਂ ਗੱਲ ਕਰ ਰਹੇ ਹਾਂ, ਅੱਜ ਬੈਂਸ ਰਿਹਾ ਹੋ ਰਿਹਾ। ਇਸ ਤਰ੍ਹਾਂ ਦੇ ਹੀਰੋਇਕ ਚੀਜ਼ਾਂ ਪੇਸ਼ ਕੀਤੀਆਂ ਜਾ ਰਹੀਆਂ, ਬੋਰਡ ਲੱਗੇ ਆ, ਲੋਕਾਂ ਦਾ ਉਹ ਵਿਖਾਇਆ ਜਾ ਰਿਹਾ, ਸੰਗਤ 'ਚ ਭਾਰੀ ਉਤਸ਼ਾਹ, ਇੱਕ ਬਲਾਤਕਾਰੀ ਬਾਹਰ ਆ ਰਿਹਾ। ਜੇ ਉਹ ਜ਼ਮਾਨਤ ਤੇ ਵੀ ਹੁੰਦਾ ਤਾਂ ਉਹਨੂੰ ਜ਼ਮਾਨਤ ਕੈਂਸਲ ਕਰਕੇ ਇਸ ਟਾਈਮ ਵਿੱਚ ਜੇਲ੍ਹ ਦੇ ਵਿੱਚ ਛੱਡਣਾ ਚਾਹੀਦਾ ਸੀ, ਤਾਂ ਕਿ ਉਹ ਪ੍ਰਭਾਵਿਤ ਨਾ ਕਰੇ। ਉਹਨੇ ਝੂਠੇ ਪਰਚੇ ਦਰਜ ਕਰਵਾਏ ਸੀ ਪਹਿਲਾਂ, ਤੇ ਇਹਨਾਂ ਨੇ ਉਸ ਟਾਈਮ ਉਹਨੂੰ ਛੱਡਿਆ ਤਾਂ ਕਿ ਫਿਰ ਜਾ ਕੇ ਆਪਣੇ ਪ੍ਰੈਸ਼ਰ ਪਾਓ, ਫਿਰ ਖਰੀਦੋ, ਡਰਾਓ, ਜੋ ਮਰਜ਼ੀ ਕਰੋ। ਹਾਈ ਕੋਰਟ ਦੀ ਛਤਰੀ ਤੁਹਾਨੂੰ ਦੇ ਦਿੱਤੀ ਹੈ। ਇਹ ਤਾਂ ਸਾਡੀ ਹਾਈ ਕੋਰਟਾਂ ਦਾ ਹਾਲ ਹੈ। ਤਾਂ ਗੱਲ IAS ਅਫਸਰ 'ਤੇ ਆਉਂਦੀ ਹੈ। IAS ਅਫਸਰ ਜਿਹੜਾ ਸਭ ਤੋਂ ਵੱਡਾ ਕਲਪਰੇਟ ਹੈ, ਸਭ ਤੋਂ ਵੱਡਾ ਜਿਹੜਾ ਹਾਥੀ ਦਾ ਪੈਰ ਜਿਹੜਾ ਹੈਗਾ ਉਹ ਹੈ ਬਿਊਰੋਕਰੇਟ। ਤੋਂ ਅਗਲਾ ਨਿਸ਼ਾਨਾ ਜਿਹੜਾ ਹੈਗਾ ਆਉਣ ਵਾਲਾ ਸਮੇਂ ਦੀ ਜਿਹੜੀ ਅਗਲੀ ਟਾਰਗੇਟ ਸਾਡੇ ਹੋਊਗੀ, ਉਹ ਕਿਸੇ ਨਾ ਕਿਸੇ IAS ਅਫਸਰ ਨੂੰ, ਨੀਲਮਾ ਹੋਵੇ ਭਾਵੇਂ ਉਹ 3 IAS ਅਫਸਰ ਹੋਣ, ਕਿਉਂਕਿ ਇਹ ਕੇਸ ਤਾਂ ਬਰਨਿੰਗ ਹੈ। ਅਦਰਵਾਈਜ਼ ਤਾਂ ਜਿਹੜਾ ਸਿੰਚਾਈ ਘੁਟਾਲਾ ਜਿਹੜਾ ਪਿੱਛੇ ਹੋਇਆ, ਉਹਦੇ 'ਚ ਵੀ ਇਹ ਅਫਸਰ ਅੰਦਰ ਹੁੰਦੇ ਆ। ਕਰਨ ਸਿੰਘ ਪੰਨੂ ਵਰਗਾ ਜਿਹੜਾ ਲੀਡਰ ਬਣਨ ਨੂੰ ਪ੍ਰਧਾਨ ਦਾ ਤਾਜ਼ਾ ਉਹ ਪਿੱਛੇ ਸਰਵੇਸ਼ ਕੌਸ਼ਲ ਹੈ, KBS ਸਿੱਧੂ ਹੈ, ਇਹ ਸਾਰੇ ਦੇ ਸਾਰੇ ਅਫਸਰ ਜੇਲ੍ਹ 'ਚ ਜਾਣਗੇ, ਇਹਨਾਂ ਨੂੰ ਕੋਈ ਬਚਾ ਨਹੀਂ ਸਕਦਾ। ਪਰ ਕਿਉਂਕਿ ਪੈਰਵਾਈ ਜ਼ਰੂਰ ਹੋ ਗਈ ਹੈ, ਕਿਉਂਕਿ ਲੋਕ ਜਾਗ ਪਏ, ਕਿਉਂਕਿ ਲੋਕ ਕੁਐਸਚਨ ਕਰਨ ਲੱਗ ਪਏ, ਨਹੀਂ ਤਾਂ ਇਹ ਖੇਡਾਂ ਇਵੇਂ ਚੱਲਦੀਆਂ ਰਹਿਣੀਆਂ ਸੀਗੀਆਂ। ਸੋ ਆਉਣ ਵਾਲਾ ਸਮਾਂ ਜਿਹੜਾ ਹੈਗਾ, ਜਿਸ ਦਿਨ ਇਹ IAS ਅਫਸਰਾਂ ਨੂੰ ਜੇਲ੍ਹ ਦੇ ਰਸਤੇ ਖੁੱਲ੍ਹਣਗੇ, ਉਸ ਦਿਨ ਤੁਸੀਂ ਸਮਝੋਗੇ ਪੰਜਾਬ ਦੇ ਭਾਗਾਂ ਵਾਸਤੇ ਕੋਈ ਚੰਗਾ ਰਸਤਾ ਖੁੱਲ੍ਹਿਆ। ਉਹ ਤੱਕ ਪੋਲੀਟੀਕਲ ਵਿਲ ਵੀ ਲੋਕਾਂ ਦੀ ਹੋਰ ਸਟਰੋਂਗ ਹੋਊਗੀ, ਕੁਛ ਨਵੇਂ ਲੋਕ ਉੱਠਣਗੇ। ਇਹ ਫੇਲ ਹੋਈ ਜਾਂਦੇ ਆ। ਇਲੈਕਸ਼ਨ ਆਇਆ ਖੜਾ, ਬਾਈ ਇਲੈਕਸ਼ਨ, ਇਹਨਾਂ ਨੇ ਸੰਗਰੂਰ ਤੋਂ ਵੀ ਭੈੜੀ ਹੋਣੀ ਇੱਥੇ, ਠੀਕ ਹੈ। ਤੇ ਉਸ ਤੋਂ ਬਾਅਦ ਗਾਂ ਕਾਰਪੋਰੇਸ਼ਨਾਂ ਦੇ ਇਲੈਕਸ਼ਨ ਖੜੇ ਆ, ਪੰਚਾਇਤਾਂ ਖੜੀਆਂ, ਇਹ ਹਾਰੀ ਹੀ ਜਾਣਗੇ ਜੇ ਇਹਨਾਂ ਕਰਤੂਤਾਂ ਨਾਲ ਕੰਮ ਕਰਦੇ ਰਹੇ ਤਾਂ। ਕਿਉਂਕਿ ਇੱਕ ਪਾਸਾ ਵੀ ਕਿਸੇ ਪਾਸੇ ਠੀਕ ਤੁਰੇ ਹੋਣ ਨਾ, ਲੋਕਾਂ ਨੂੰ ਹੋ ਜਾਂਦਾ ਇਹ ਫਲਾਨਾ ਕੰਮ ਚੰਗਾ ਕਰ ਰਿਹਾ। ਐਡਵਰਟਾਈਜ਼ਮੈਂਟ ਦੇ ਚੱਕਰ 'ਚ ਇਹਨਾਂ ਨੇ ਬਾਹਰਲੇ ਲੋਕ ਫੋਨ ਆ ਜਾਂਦੇ ਸਾਨੂੰ ਵੀ ਸਰਕਾਰ ਤਾਂ ਬਹੁਤ ਵਧੀਆ ਕਰ ਰਹੀ ਹੈ ਜੀ, ਤੁਸੀਂ ਵਿਰੋਧਤਾ ਕਰਦੇ ਹੋ। ਉਹ ਅਸੀਂ ਕਹਿੰਦੇ ਤੁਸੀਂ ਆ ਕੇ ਦੇਖ ਤਾਂ ਲਓ ਕਿਹੜੀ ਸਰਕਾਰ ਵਧੀਆ ਕੀ ਕਰ ਰਹੀ ਹੈ। ਇਹਨਾਂ ਕੋਲ ਤਾਂ ਐਡਵਰਟਾਈਜ਼ਮੈਂਟ ਵਾਲੀਆਂ ਵੀ ਬੇਅਕਲ ਲੋਕ ਬੈਠੇ, ਜਿਹੜੇ ਇਹਨਾਂ ਨੂੰ ਉਹ ਕਰ ਰਹੇ ਆ, ਪਿੱਛੇ ਮਤਲਬ ਗਾਈਡ ਕਰ ਰਹੇ, ਜਿਹਨਾਂ ਦਾ ਮਹਿਕਮਾ ਜਿਹੜਾ ਚਲਾਉਂਦਾ ਹੋਊਗਾ। ਤੁਸੀਂ ਵੇਖਿਆ ਹੋਣਾ ਇੱਕ ਬਹੁਤ ਵੱਡੇ ਬੋਰਡ ਲੱਗੇ ਭਗਵੰਤ ਮਾਨ ਦੇ, ਤੇ ਨਾਲ ਲਿਖਿਆ ਹੋਇਆ ਬਿਜਲੀ ਦੇ ਬਿੱਲ ਵਾਲਾ 0 ਵਾਲਾ। ਹੁਣ ਉੱਥੇ ਦੂਰੋਂ ਪੜ੍ਹੋਗੇ ਤਾਂ ਭਗਵੰਤ ਮਾਨ ਦਿਖਾਈ ਦਿੰਦਾ ਤੇ 0 ਦਿਖਾਈ ਦਿੰਦੀ ਹੈ। ਕੋਲੇ ਆ ਕੇ ਤੁਸੀਂ ਪੜ੍ਹਦੇ ਹੋ ਤਾਂ ਪਤਾ ਲੱਗਦਾ ਕਿ ਇਹ ਬਿਜਲੀ ਦੇ ਬਿੱਲਾਂ ਬਾਰੇ ਜ਼ਿਕਰ ਕੀਤਾ ਕੋਈ, ਤਾਂ ਕੀ ਦਿਖਾਈ ਦਿੰਦਾ? ਭਗਵੰਤ ਮਾਨ 0। ਬਾਕੀ ਤਾਂ ਵੱਧ ਹੀ ਗੱਲ ਹੈ ਨਾ, ਜੇ ਕੋਲੇ ਆ ਕੇ ਪੜੂਗਾ ਕੋਈ, ਇਹ ਭਗਵੰਤ ਮਾਨ 0 2 ਕਿਲੋਮੀਟਰ ਤੋਂ ਦਿਖਾਈ ਦੇ ਰਿਹਾ। ਤੇ ਇਸ ਦੀ ਚਲਾਕੀ ਲੱਗਦੀ ਹੈ, ਇਹਨਾਂ ਦੀ ਚਲਾਕੀ। ਜਿਹੜੇ ਅਫਸਰ ਹੈ ਇਹ ਮੂਰਖ ਬਣਾਉਂਦੇ ਇਹਨਾਂ ਨੂੰ। ਮੂਰਖਾਂ ਨੂੰ ਮੂਰਖ ਬਣਾਉਣਾ ਕਿੰਨਾ ਔਖਾ ਹੈਗਾ। ਜਿਸ ਬੰਦੇ ਨੂੰ ਇੰਨਾ ਹੀ ਨਹੀਂ ਪਤਾ ਵੀ ਜਿਹੜੀ ਚੀਜ਼ ਐਡ ਸਾਡੀ ਦਿੱਤੀ ਜਾ ਰਹੀ ਹੈ ਸਾਡੇ ਉਲਟ ਜਾ ਰਹੀ ਹੈ ਕਿ ਸਾਡੇ ਹੱਕ 'ਚ ਜਾ ਰਹੀ ਹੈ, ਤਾਂ ਉਹ ਭਗਵੰਤ ਮਾਨ ਨੂੰ ਮੈਂ ਇੱਕ ਫ੍ਰੀ ਦੀ ਸਲਾਹ ਦੇ ਰਿਹਾ, ਜਿਹੜੀ ਕਿ ਉਹਦੇ ਫਾਇਦੇ ਦੀ ਹੈ, ਵੀ ਤੈਨੂੰ 0 ਵਿਖਾ ਰਹੇ ਕਰਕੇ ਪਹਿਲਾਂ ਹੀ ਵੱਡੇ ਬੋਰਡ ਲਾ ਕੇ ਇਹ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਲਓ ਜੇ ਤੁਹਾਡੇ ਕੋਲ ਹੈਗੀ ਹੈ, ਜਿਹੜੀ ਕਿ ਹੁੰਦੀ ਤਾਂ ਆਹ ਹਾਲਾਤ ਹੋਣੇ ਨਹੀਂ ਸੀ। ਇਹ ਅਫਸਰਾਂ ਦੀਆਂ ਇੰਨੀਆਂ ਖੁੱਲ੍ਹ ਨਹੀਂ ਮਚਣੀ ਸੀ ਜਿਵੇਂ ਇਹ ਇਸ ਟਾਈਮ ਖੁੱਲ੍ਹ ਕੇ ਖੇਡ ਰਹੇ ਆ। ਡਰੱਗ ਤੋਂ ਇੱਕ ਮੈਨੂੰ ਯਾਦ ਆ ਗਿਆ ਕਿ ਲਗਾਤਾਰ ਪ੍ਰੈਸ ਕਾਨਫਰੰਸ ਹੋ ਜਾਂਦੀਆਂ ਹੈੱਡਕੁਆਟਰ ਤੋਂ ਵੀ, ਹੋਰ ਥਾਵਾਂ ਥੱਲੇ ਵੀ, ਕਹਿੰਦੇ ਵੀ ਅਸੀਂ ਇੰਨਾ ਨਸ਼ਾ ਪਦਾਰਥ ਆ ਜਿਹੜਾ ਫੜ ਲਿਆ, ਕੱਲ੍ਹ ਨੂੰ ਉਹ ਵੀ ਇਸ਼ਤਿਹਾਰਬਾਜ਼ੀ ਦੇ ਵਿੱਚ ਨਜ਼ਰ ਹੋ ਸਕਦਾ ਆਵੇ। ਇਹ ਤੁਹਾਨੂੰ ਕੀ ਲੱਗਦਾ ਰੈਗੂਲਰ ਕਾਰਵਾਈ ਹੈ, ਇਹਨੂੰ ਐਵੇਂ ਦਿਖਾਉਣ ਦੀ ਲੋੜ ਹੈਗੀ ਹੈ ਕਿ ਫੜ ਲਿਆ ਕਿ ਉਹਦਾ ਪੁਲਿਸ ਦਾ ਕੰਮ ਹੀ ਇਹ ਹੈ? ਫਿਰ ਕਿਉਂ ਵਾਰ-ਵਾਰ ਪ੍ਰੈਸ ਕਾਨਫਰੰਸ ਹੁੰਦੀਆਂ? ਤੁਹਾਨੂੰ ਵਜ੍ਹਾ ਕੀ ਜਾਪਦੀ ਹੈ? ਤੁਸੀਂ ਤਾਂ ਹਿੱਸਾ ਰਹੇ ਹੋ ਇਸ ਸਿਸਟਮ ਦਾ। ਜਿਸ ਤਰ੍ਹਾਂ ਦਾ ਸਿਸਟਮ ਪੁਰਾਣਾ ਚੱਲੀ ਜਾਂਦਾ, ਉਸ ਨੂੰ ਇਹ ਛੱਡਣ ਨੂੰ ਤਿਆਰ ਹੀ ਨਹੀਂ ਹੈਗੇ। ਇਹਨਾਂ ਨੂੰ ਇਸ ਤੋਂ ਵੱਧ ਪੜ੍ਹਾਇਆ ਹੀ ਨਹੀਂ ਗਿਆ ਕਿ ਇਸ ਤੋਂ ਪਾਸੇ ਜਾ ਕੇ ਵੀ ਕੁਛ ਚੀਜ਼ਾਂ ਹੋ ਸਕਦੀਆਂ। ਜਿਹੜੀ ਚੀਜ਼ ਹੁਣ ਤੱਕ ਵਿਖਾਈ ਜਾ ਰਹੀ ਹੈ ਤੇ ਉਸੇ ਨੂੰ ਕੰਟੀਨਿਊ ਕੀਤਾ ਜਾ ਰਿਹਾ। ਜੇ ਪਹਿਲਾਂ ਉਹਦਾ ਕੋਈ ਰਿਜ਼ਲਟ ਨਹੀਂ ਹੋਇਆ ਤਾਂ ਹੁਣ ਕਿੱਥੋਂ ਆ ਜਾਊਗਾ? ਮੋਟੀ ਜਿਹੀ ਗੱਲ ਹੈਗੀ। ਜੇ ਪਿਛਲੇ 10 ਸਾਲਾਂ ਤੋਂ, ਜਿਹੜੇ 12 ਸਾਲਾਂ ਤੋਂ ਡਰੱਗ ਦੀ ਸਿਸਟਮ 'ਚ ਆਹ ਕੁਛ ਚੱਲ ਰਿਹਾ ਨਾ, ਰਿਕਵਰੀਆਂ ਹੋ ਰਹੀਆਂ, ਫੜੇ ਜਾ ਰਹੇ ਬੰਦੇ, ਜਿਹੜੇ ਗਰੀਬ ਹੈ, ਪੈਡਲਰ ਹੈ, ਤੇ ਉਹਦਾ ਕੋਈ ਰਿਜ਼ਲਟ ਹੋਇਆ? ਜਿੰਨਾ ਚਿਰ ਤੁਸੀਂ ਮੇਨ ਜਿਹੜੇ ਹੈਗੀ ਰੀੜ੍ਹ ਦੀ ਹੱਡੀ ਨਹੀਂ ਤੋੜਦੇ, ਮਜੀਠੀ ਵਰਗੇ ਤੁਸੀਂ ਖੁੱਲ੍ਹੇ ਛੱਡੇ ਹੋਏ ਆ। ਅਫਸਰ ਜਿਹੜੇ ਡਰੱਗ ਦੇ ਅਕਾਊਂਟ 'ਚ ਸ਼ੈਲਟਰ ਸੀਗੇ, ਉਹਨਾਂ ਦੀਆਂ ਰਿਪੋਰਟਾਂ ਨਹੀਂ ਖੋਲ੍ਹ ਰਹੇ। ਅਸੀਂ 12 ਤਰੀਕ ਨੂੰ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਕੁਛ ਚੀਜ਼ਾਂ ਜਿਹੜੀਆਂ ਹੈਗੀਆਂ, ਜਿਹੜੀਆਂ ਹੁਣ ਤੱਕ ਧਿਆਨ 'ਚ ਨਹੀਂ ਸੀਗੀਆਂ ਲੋਕਾਂ ਦੇ, ਉਹ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਮੈਂ ਅਪੀਲ ਵੀ ਕਰਦਾ ਜੀ ਇਸ ਗੱਲਬਾਤ ਰਾਹੀਂ ਵੀ 12 ਤਰੀਕ ਨੂੰ ਜਿਹੜੀ ਇੱਕ ਪ੍ਰੈਸ ਕਾਨਫਰੰਸ ਦੁਪਹਿਰੇ 12 ਵਜੇ ਹੈ, ਉਹ ਮੇਰਾ ਖਿਆਲ ਹੈ ਕਿ ਹੁਣ ਤੱਕ ਦੀ ਜਿਹੜੀ ਸਾਡੀ ਖੁਲਾਸੇ ਆ ਉਹਨਾਂ ਤੋਂ ਵੱਖਰੇ ਹੋਣਗੇ ਔਰ ਵੇਖਣ ਸੁਣ ਜੋ ਹੋਣਗੇ। ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਸ ਦਿਨ ਉਹਨੂੰ ਚੰਗੀ ਤਰ੍ਹਾਂ ਵੇਖ ਕੇ ਸਾਰੀ ਦੁਨੀਆ ਤੱਕ ਪਹੁੰਚਾਈ ਜਾਵੇ, ਤੇ ਬਹੁਤ ਕੁਝ ਜਿਹੜਾ ਡਰੱਗ ਦੇ ਮਾਮਲੇ ਜਿਹੜਾ ਹੈਗਾ 12 ਤਰੀਕ ਨੂੰ ਅਸੀਂ ਐਕਸਪੋਜ਼ ਕਰਾਂਗੇ ਜੀ। ਪੰਜਾਬ ਸਰਕਾਰ ਦੀ ਗੱਲ ਕਰੀਏ, ਤੁਸੀਂ ਇੱਕ ਗੱਲ ਕਰਦੇ ਆ ਕਿ ਹੈ ਕਿ 0 ਕਰਕੇ ਦਿਖਾਇਆ ਜਾ ਰਿਹਾ ਭਗਵੰਤ ਮਾਨ ਨੂੰ। ਦਿੱਲੀ ਤੋਂ ਜਿਹੜੇ ਹੁਕਮ ਆਉਂਦੇ ਸੀ, ਪਹਿਲਾਂ ਕਾਂਗਰਸ ਨੇ ਵੀ ਬੜਾ ਵਿਰੋਧ ਕੀਤਾ ਤੇ ਭਗਵੰਤ ਮਾਨ ਨੇ ਮੋੜਵਾਂ ਜਵਾਬ ਦਿੱਤਾ ਕਿ ਤੁਸੀਂ ਕਿੱਥੋਂ ਚੱਲਦੇ ਹੋ, ਤੁਹਾਡੀਆਂ ਤਾਂ ਟਿਕਟਾਂ, ਮੁੱਖ ਮੰਤਰੀ ਚਿਹਰੇ ਇੱਥੇ ਤੱਕ ਹੁੰਦੇ ਆ। ਰਾਹੁਲ ਗਾਂਧੀ ਇੱਥੇ ਆਏ ਤੇ ਦੋਵਾਂ ਦੇ ਵਿੱਚ ਵੀ ਗੱਲਬਾਤ ਹੋਈ, ਕਹਿੰਦੇ ਸਾਨੂੰ ਨਾ ਸਲਾਹ ਦਿਓ। ਇਹ ਜਿਹੜੀਆਂ ਚੀਜ਼ਾਂ ਨੇ, ਸਿਆਸੀ ਧਿਰਾਂ ਨੇ ਜਿਹੜੀਆਂ ਆਪਸ ਦੇ ਵਿੱਚ, ਸੱਤਾ ਧਿਰ ਇੱਕ ਪਾਸੇ, ਦੂਜੇ ਪਾਸੇ ਸਿਆਸੀ ਵਿਰੋਧੀ ਪਾਰਟੀਆਂ ਨੇ। ਸੁਖਬੀਰ ਬਾਦਲ ਦੀ ਗੱਲ ਕਰੀਏ, ਰੋਲ ਦੀ, ਰਾਜਾ ਵੜਿੰਗ ਦੀ ਕਰੀਏ, ਉਹ ਭੂਮਿਕਾ ਉਸ ਤਰੀਕੇ ਨਾਲ ਨਿਭਾ ਪਾ ਰਹੇ ਆ, ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਪਾ ਰਹੇ ਆ, ਜਾਂ ਕਿਤੇ ਨਾ ਕਿਤੇ ਕਮਜ਼ੋਰੀ ਨਜ਼ਰ ਆਉਂਦੀ ਹੈ ਵਿਰੋਧੀ ਸਿਆਸੀਆਂ ਦੀ? ਦੇਖੋ, ਇਹ ਖੇਡ ਜਿਹੜੀ ਹੈਗੀ ਹੈ, ਪਹਿਲਾਂ 2 ਪਾਰਟੀਆਂ ਸੀ ਤੇ ਤੀਜੀ ਹੁਣੇ ਰਲ ਗਈ। ਇਹ ਜਿਹੜਾ ਮੀਡੀਆ ਦਾ ਹੁਣ ਇੱਥੇ ਆ ਗਿਆ, ਮੀਡੀਆ ਬਾਰੇ ਮੈਂ ਗੱਲ ਕਰੂੰਗਾ। ਮੀਡੀਆ ਦਾ ਜਿੱਥੇ ਸਿਲੈਕਟਿਵ ਰੋਲ ਸਭ ਤੋਂ ਖਤਰਨਾਕ ਸਟਾਰਟ ਹੁੰਦਾ, ਉਹ ਇਹੀ ਹੈ।
ਤੁਸੀਂ ਕੁਝ ਲੋਕ ਸਾਡੇ ਤੱਕ ਪਹੁੰਚ ਜਾਂਦੇ ਹੋ, ਠੀਕ ਹੈ। ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਇਕੱਲੇ ਨੂੰ ਹੀ ਵਿਖਾਇਆ ਜਾਵੇ, ਹੋਰ ਲੋਕ ਵੀ ਹੈਗੇ ਜੇ ਉਹਨਾਂ ਕੋਲ ਪਹੁੰਚਿਆ ਜਾਊਗਾ ਤਾਂ ਉਹ ਵੀ ਵਿਖਾਏ ਜਾ ਸਕਦੇ, ਉਹ ਬੋਲ ਸਕਦੇ ਆ, ਬਹੁਤ ਚੀਜ਼ਾਂ ਬਾਹਰ ਆ ਸਕਦੀਆਂ। ਪਰ ਕਿਉਂਕਿ ਮੰਨ ਲਈ ਹੀ ਲਿਆ ਗਿਆ ਵੀ ਆਹ ਹੀ ਬੰਦੇ ਆ ਜਿਹੜੇ ਆਪੋਜੀਸ਼ਨ 'ਚ ਬੈਠੇ ਆ ਜਾਂ ਸਰਕਾਰ 'ਚ ਨਹੀਂ ਹੈਗੇ, ਇਹਨਾਂ ਨੂੰ ਇੱਕ ਦੂਜੇ 'ਤੇ ਚੈਨਲ ਡਿਬੇਟਸ ਹੋ ਰਹੀਆਂ, ਜੋ ਕੁਛ ਹੋ ਰਹੀਆਂ, ਪਰਮਾਨੈਂਟ ਬੰਦੇ ਉਹੀ ਬੈਠੇ ਆ, ਇੱਕ ਦੂਜੇ ਨੂੰ ਬਕਵਾਸ ਕਰੀ ਜਾਂਦੇ ਹੋ, ਤੁਸੀਂ ਮਾੜੇ ਹੋ। ਆਪਣੇ ਬਾਰੇ ਕੋਈ ਨਹੀਂ ਕਹਿੰਦਾ ਵੀ ਪੰਜਾਬ ਬਰਬਾਦ ਹੋਇਆ। 2 ਸਰਕਾਰਾਂ ਤਾਂ ਪਹਿਲੀਆਂ ਕਰਕੇ ਗਈਆਂ, ਇਹਨਾਂ ਦਾ ਜੇ ਸਾਲ ਵੀ ਨਹੀਂ ਹੋਏਗਾ। ਉਹਨਾਂ ਨੇ ਕਦੇ ਇਹਨਾਂ ਨੇ ਇੱਕ ਦੂਜੇ ਨੂੰ ਕਲੇਮ ਕੀਤੇ ਵੀ ਹਾਂ ਅਕਾਲੀ ਤੇ ਕਾਂਗਰਸੀ ਨੇ ਅੱਜ ਦੀ ਡੇਟ ਅੱਜ ਸਿਰਫ ਟਾਰਗੇਟ 'ਤੇ ਲੱਭ ਗਿਆ, ਇਹਨਾਂ ਨੂੰ ਕਰੀ ਜਾਂਦੇ ਬੀਜੇ ਆਪਣੇ ਅਕਾਲੀ ਵੀ ਤੇ ਕਾਂਗਰਸੀ ਵੀ, ਬੀਜੇਪੀ ਦਾ ਚਲੋ ਐਡਾ ਰੋਲ ਹੀ ਨਹੀਂ ਹੈਗਾ ਬਸ। ਤੇ ਹੁਣ ਆਪਸ 'ਚ ਗੱਲ ਕਿਉਂ ਨਹੀਂ ਕਰਦੇ? ਜਦੋਂ ਪਿਛਲੀ ਸਰਕਾਰ ਸੀ ਕਾਂਗਰਸੀ, ਉਦੋਂ ਅਕਾਲੀ ਨੂੰ ਮਾੜਾ ਕਹਿੰਦੇ ਸੀ, ਜਦੋਂ ਅਕਾਲੀਆਂ ਦੀ ਸਰਕਾਰ ਸੀ ਕਾਂਗਰਸ ਨੂੰ ਮਾੜਾ ਕਹਿੰਦੇ ਸੀਗੇ, ਹੁਣ ਦੋਨੋਂ ਰਲ ਕੇ ਬੀਜੇਪੀ ਇਹਨਾਂ ਨੂੰ ਕਹਿੰਦੇ ਆਪਣੇ ਨੂੰ ਮਾੜਾ ਕਹਿਣ ਲੱਗ ਪਏ। ਤੁਸੀਂ ਦੇਖੋ ਤਾਂ ਸਹੀ ਨਾ ਗੇਮ ਕੀ ਹੈਗੀ ਹੈ। ਸਾਰੇ ਦੇ ਸਾਰੇ ਇਕੱਠੇ, ਔਰ ਮੀਡੀਆ ਬਹੁਤ ਵੱਡਾ ਯੋਗਦਾਨ ਪਾ ਰਿਹਾ ਇਹਨਾਂ ਲੋਕਾਂ ਨੂੰ ਹਾਈਪ ਲਿਆਉਣ ਵਾਸਤੇ, ਕਿਉਂਕਿ ਲੋਕਾਂ ਨੂੰ ਉਹ ਚਿਹਰੇ ਹੀ ਨਹੀਂ ਵਿਖਾਏ ਜਾ ਰਹੇ ਜਿਹੜੇ ਕੋਈ ਪੰਜਾਬ ਦਾ ਚੰਗਾ ਕਰਨ ਬਾਰੇ ਸੋਚ ਸਕਦੇ ਆ ਜਾਂ ਕਰ ਰਹੇ ਹੈਗੇ। ਦਿਖਾਈ ਇਹ ਜਾ ਰਹੇ ਜੋ ਚੋਰ ਨੂੰ ਮਤਲਬ ਚੋਰ ਕਹਿ ਰਿਹਾ, ਅਤੇ ਉਹ ਲੋਕ ਵੇਖੀ ਜਾਂਦੇ ਆ। ਉਹ ਜਦੋਂ ਇੱਕ ਵੱਧ ਕਹਿਣ ਲੱਗ ਜਾਂਦਾ, ਲੱਗਣ ਦੂਜਾ ਛੋਟਾ ਲੱਗਣ ਲੱਗ ਜਾਂਦਾ। ਜਿਵੇਂ ਮੈਂ ਕਿਹਾ ਸੀ ਕਿਤੇ ਵੀ ਆਹ ਜਿਹੜੀ ਸਰਕਾਰ 10 ਮਹੀਨਿਆਂ 'ਚ ਇਹ ਸਾਬਤ ਕਰਨਾ ਸ਼ੁਰੂ ਕਰਤਾ ਇਹਨਾਂ ਨੇ ਵੀ ਅਕਾਲੀ ਤੇ ਕਾਂਗਰਸੀ ਚੰਗੇ ਸੀ। ਹੁਣ ਜਦੋਂ ਆਪਸ਼ਨ ਹੀ ਕੋਈ ਹੋਰ ਨਹੀਂ ਹੈਗੀ, ਵਿਖਾਇਆ ਹੀ ਕਿਸੇ ਹੋਰ ਨੂੰ ਨਹੀਂ ਜਾ ਰਿਹਾ, ਕੋਈ ਚੀਜ਼ ਜਿਹੜੇ ਕੋਸ਼ਿਸ਼ ਕਰਦੇ ਬੰਦੇ ਵੀ ਜੇ ਬਾਹਰ ਨਹੀਂ ਦਿਖਾ ਰਿਹਾ ਮੀਡੀਆ, ਤਾਂ ਫਿਰ ਮਤਲਬ ਇਹ ਜਿਹੜਾ ਇੱਕ ਸਾਜ਼ਿਸ਼ ਜਿਹੜੀ ਹੈਗੀ ਮੀਡੀਆ ਦੀ ਬਹੁਤ ਵੱਡੀ ਹੈਗੀ ਹੈ ਵਿਕਾਊ ਹੋਣ ਦੀ। ਇਹ ਸਾਜ਼ਿਸ਼ ਤਾਂ ਕੀ ਹੈ, ਵੀਡੀਓ ਨੂੰ ਇਹ 'ਚ ਕੀ ਲੱਭਣਾ? ਇੱਕ ਮਤਲਬ ਇੱਕ ਵਿਕਾਊਪਣਾ ਜਿਹੜਾ ਕਿ ਹਰ ਇਕੱਲੇ ਮੀਡੀਆ 'ਚ ਨਹੀਂ, ਸਾਡੇ ਹਰ ਪਾਰਟ ਦੇ ਵਿੱਚ ਹੈ। ਆਪਾਂ ਗੱਲ ਕਰਕੇ ਹਟੇ, ਹਾਈ ਕੋਰਟ ਵਿਕਦੀ ਹੈ ਜਦੋਂ, ਜਿਹੜੇ ਇਨਸਾਫ ਦੇਣ ਵਾਸਤੇ ਬੈਠੇ ਸੀ ਉਹ ਵਿਕਾਊ ਨੇ ਸਾਡੇ, ਅਤੇ ਫਿਰ ਕਿਸੇ ਮੀਡੀਆ ਨੂੰ ਕਹਿਣਾ ਜਾਂ ਕਿਸੇ ਪੋਲੀਟੀਸ਼ੀਅਨ ਨੂੰ ਕਹਿਣਾ ਇਹ ਬਾਅਦ ਦੀ ਗੱਲ ਹੈਗੀ ਹੈ। ਸੋ ਸਾਰਾ ਕੁਛ ਜਿਹੜਾ ਹੈਗਾ ਅਖੀਰ 'ਤੇ ਆ ਕੇ ਗੱਲ ਹੈਗੀ ਹੈ ਬਿਊਰੋਕਰੇਟ ਦੇ ਖਾਤੇ 'ਚ ਪੈਂਦੀ ਹੈ। ਬਿਊਰੋਕਰੇਟ ਨੂੰ ਜਿਹੜਾ ਅਗਲਾ ਝਟਕਾ ਲੱਗਣ ਜਾ ਰਿਹਾ ਪੰਜਾਬ ਸਟੇਟ ਤੋਂ ਹੀ ਸ਼ੁਰੂ ਹੋਊਗਾ। ਜਦੋਂ ਪੰਜਾਬ ਤੋਂ ਸਟਾਰਟ ਹੋਇਆ ਤਾਂ ਫਿਰ ਸਾਰੀ ਦੁਨੀਆ 'ਚ ਹੀ ਜਾਊਗਾ। ਆਪਣੇ ਸਾਰੇ ਮੁਲਕ ਦੇ ਵਿੱਚ ਜਿੰਨੀਆਂ ਸਟੇਟਾਂ ਸਾਰਿਆਂ ਦਾ ਬਰਬਾਦੀ ਜਾ ਉਹਦੇ 'ਚ ਮੇਨ ਜ਼ਿੰਮੇਵਾਰ IAS ਅਫਸਰ। ਬਹੁਤ ਸ਼ੁਕਰੀਆ, ਧੰਨਵਾਦ। ਇਹ ਸਨ ਸਾਡੇ ਨਾਲ ਸਾਬਕਾ DSP ਬਲਵਿੰਦਰ ਸਿੰਘ ਸੇਖੋਂ, ਜਿਨ੍ਹਾਂ ਨੇ ਅਫਸਰਾਂ ਬਾਰੇ, ਸਰਕਾਰ ਬਾਰੇ ਆਪਣਾ ਨਜ਼ਰੀਆ ਸਾਂਝਾ ਕੀਤਾ, ਵਿਚਾਰ ਸਾਂਝੇ ਕੀਤੇ ਨੇ, ਤੇ ਆਉਣ ਵਾਲੇ 2 ਦਿਨਾਂ ਤੋਂ ਬਾਅਦ ਇੱਕ ਵੱਡਾ ਖੁਲਾਸਾ ਕਰਨ ਜਾ ਰਹੇ ਨੇ। ਇਹ ਉਸ ਖੁਲਾਸੇ ਦੇ ਵਿੱਚ ਕਿਹੜੇ ਨੰਗੇ ਹੋਣਗੇ ਆਉਣ ਵਾਲੀ ਦੇਖਣ ਵਾਲੀ ਗੱਲ ਹੋਵੇਗੀ। ਪਰ ਹਾਲ ਦੀ ਘੜੀ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਨੇ, ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਆਪਣੀ ਰਾਏ ਵੀ ਜ਼ਰੂਰ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।